ਭਾਜਪਾ ਇਸ ਵੇਲੇ ਪੰਜਾਬ 'ਚ ਕਿਸ ਪੋਜੀਸ਼ਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ? 100% ਕਿੰਗ ਮੇਕਰ ਬੀਜੇਪੀ ਹੋ। ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੇ ਬੀਜੇਪੀ ਨੂੰ ਵੋਟ ਪਾਈ ਹੈ, ਸ਼ਹਿਰਾਂ 'ਚ ਵੋਟ ਪਾਈ ਹੈ। ਦੇ ਅੰਡਰਸਟੈਂਡ। ਹੰਗ ਅਸੈਂਬਲੀ ਵਾਲੀ ਜੋ ਚਰਚਾਵਾਂ ਨੇ, ਤੁਹਾਨੂੰ ਕੀ ਨਜ਼ਰ ਆਉਂਦਾ ਕਿ ਪੰਜਾਬ 'ਚ ਹੰਗ ਅਸੈਂਬਲੀ ਵਾਲੇ ਅਸਾਰ ਨਜ਼ਰ ਆਉਂਦੇ ਆ, ਔਰ ਉਸ ਤੋਂ ਬਾਅਦ ਕਿੰਗ ਮੇਕਰ ਵਾਲੀ ਭੂਮਿਕਾ ਭਾਜਪਾ ਨਿਭਾਉਂਦੀ ਹੋਈ ਨਜ਼ਰ ਆਊਗੀ, ਔਰ ਨਾਲ ਅਲਾਈਅੰਸ ਫਿਰ ਕਿਸ ਦਾ ਹੋਊ? ਉਸ ਸਿਚੁਏਸ਼ਨ ਦੇ ਵਿੱਚ ਜਿਹੜੇ ਕੋਈ ਪੁਰਾਣੇ ਅਲਾਈਅੰਸਸ ਹੁੰਦੇ ਨੇ, ਉਹ ਚੀਜ਼ਾਂ ਫਿਰ ਪਾਰਟੀ ਹਾਈ ਕਮਾਂਡ ਨੇ ਵੇਖਣਾ ਹੁੰਦਾ ਵੀ ਵੈਦਰ ਬੀਜੇਪੀ ਵਾਂਟਸ ਟੂ ਗੋ ਇਟ ਅਲੋਨ। ਇਹ ਲੱਗਦਾ ਸੰਭਾਵਨਾ ਹੈਗੀ ਹੈ ਕੈਪਟਨ ਬਾਦਲ, ਭਾਜਪਾ, ਸ਼੍ਰੋਮਣੀ ਅਕਾਲੀ ਦਲ, ਸੰਯੁਕਤ ਢੀਂਡਸਾ ਪਰਿਵਾਰ, ਇਹ ਸਾਰੇ ਫਿਰ ਇਕੱਠੇ ਹੋ ਸਕਦੇ? ਦੇਖੋ ਉਹਨੂੰ ਕੀ ਨਹੀਂ ਹੁੰਦਾ, ਪੋਲਿਟਿਕਸ ਹੈ, ਇਟਸ ਅ ਨੰਬਰ ਗੇਮ। ਬੜੀਆਂ ਗੱਲਾਂ ਮੈਟਰ ਕੀਤੀਆਂ ਨੇ, ਬੜੀਆਂ ਚੀਜ਼ਾਂ ਮੈਟਰ ਕੀਤੀਆਂ ਨੇ, ਡੇਰਿਆਂ ਦੀਆਂ ਵੋਟਾਂ ਮੈਟਰ ਕੀਤੀਆਂ ਨੇ। ਉਹਦੇ ਬਾਅਦ ਦਾ ਜ਼ਿਕਰ ਕੀਤਾ ਕਿ ਡੇਰਾ ਵੋਟ ਵੀ ਇਸ ਵਾਰ ਮੈਟਰ ਕੀਤੀ ਹੈਗੀ ਹੈ, ਤਾਂ ਲੱਗਦਾ ਕਿ ਇਸ ਵਾਰ ਡੇਰੇ ਦੀ ਜਿਹੜੀ ਵੋਟ ਹੈ ਉਹ ਭਾਜਪਾ ਨੂੰ ਭੁਗਤੀ ਹੈਗੀ ਹੈ, ਕਿਉਂਕਿ ਇਹ ਚਰਚਾਵਾਂ ਸੀਗੀਆਂ ਵੀ ਜੇਕਰ ਇਹ ਵੋਟ ਬੈਂਕ ਪੈ ਜਾਂਦਾ ਤੇ ਡੈਫੀਨੇਟਲੀ ਜਿਹੜੀ ਹੈ ਭਾਜਪਾ ਕਾਫੀ ਵੱਡੇ ਨੰਬਰ ਤੇ ਜਿੱਤ ਕੇ ਆਪਣੀਆਂ ਸੀਟਾਂ ਆਊਗੀ ਮਾਲਵੇ 'ਚ, ਔਰ ਦੁਆਬੇ ਦੇ ਵਿੱਚ ਵੀ, ਔਰ ਮਾਝੇ ਦੇ ਵਿੱਚ ਵੀ। ਡੀਬੀਐਮਪੀ ਦਾ ਜਿਸ ਤਰੀਕੇ ਨਾਲ ਮੁੱਦਾ ਇਸ ਵੇਲੇ ਗਰਮਾਇਆ ਹੋਇਆ ਹੈ, ਖਾਸ ਤੌਰ ਦੇ ਉੱਤੇ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਉਹਦੇ ਵਿੱਚੋਂ ਕੱਢ ਦਿੱਤੀ ਹੈ, ਔਰ ਨਾਲ ਹੀ ਅੱਜ ਇੱਕ ਹੋਰ ਰਿਪੋਰਟ ਲੱਗੀ ਹੈ ਕਿ 1100 ਕਰੋੜ ਜਿਹੜਾ ਫੰਡ ਹੈਗਾ ਦਿਹਾਤੀ ਫੰਡ ਵਿਕਾਸ ਦਾ, ਉਹ ਵੀ ਕੇਂਦਰ ਦੀ ਸਰਕਾਰ ਨੇ ਰੋਕ ਦਿੱਤਾ। ਜਿਹੜੀ ਵੀ ਨਵੀਂ ਸਰਕਾਰ ਹੋਊਗੀ ਉਹਦੇ ਵਾਸਤੇ ਬਹੁਤ ਔਖਾ ਹੋਊਗਾ ਰਿਲੀਜ਼ ਕਰਾਉਣਾ। ਤਾਂ ਪੰਜਾਬ ਦੇ ਉੱਤੇ ਕਹਿੰਦੇ ਫੇਰ ਡਾਕੇ ਮਾਰੇ ਜਾ ਰਹੇ ਨੇ ਕੇਂਦਰ ਦੇ ਵੱਲੋਂ। ਇਹ ਕੋਈ ਸੈਂਟਰ ਗਵਰਨਮੈਂਟ ਨੇ ਨਹੀਂ ਕੀਤਾ, ਇਹ ਹਾਈ ਕੋਰਟ ਦੇ ਆਰਡਰ ਹੋਏ ਨੇ। ਕਾਂਗਰਸ ਦੀ ਕੀ ਪੋਜੀਸ਼ਨ ਦੇਖਦੇ ਹੋ ਵੈਸੇ? ਕਾਂਗਰਸ ਨੇ ਤੇ ਆਪਣਾ ਕੰਮ ਆਪ ਕੀਤਾ। ਹਮੇਸ਼ਾ ਕਿਹਾ ਜਾਂਦਾ ਵੀ ਕਾਂਗਰਸ ਨੂੰ ਹੋਰ ਕੋਈ ਨਹੀਂ ਮਾਰਦਾ, ਕਾਂਗਰਸ ਨੂੰ ਕਾਂਗਰਸ ਹੀ ਮਾਰਦੀ ਹੈ। ਇਹ ਵੀ ਕਹਿੰਦੇ ਨੇ ਕਿ ਭਾਜਪਾ ਮਸ਼ੀਨਾਂ ਦੇ ਵਿੱਚ ਵੀ ਗੜਬੜੀ ਕਰਾ ਦਿੰਦੀ ਹੈ। ਇਹ ਗੱਲਾਂ ਨੇ, ਕਦੀ ਇਹੋ ਜਿਹੀ ਕੋਈ ਗੱਲ ਨਹੀਂ। ਆਈ ਕੈਨ 100% ਗਿਵ ਯੂ ਇਨ ਰਾਈਟਿੰਗ ਵੀ ਇਹੋ ਜਿਹੀ ਨਾ ਕਦੀ, ਜੇ ਇਹੋ ਜਿਹੀ ਮਸ਼ੀਨਾਂ 'ਚ ਹੋ ਸਕਦਾ ਹੁੰਦਾ ਤੇ ਫਿਰ ਇਹਨਾਂ ਜ਼ੋਰ ਲਾਉਣ ਦੀ ਵੀ ਲੋੜ ਨਹੀਂ ਸੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਨੇ, ਪਰ ਉਸ ਤੋਂ ਪਹਿਲਾਂ ਵੱਖੋ-ਵੱਖ ਸਿਆਸੀ ਪਾਰਟੀਆਂ ਜੋੜ-ਤੋੜ ਕਰਨਾ ਸ਼ੁਰੂ ਕਰ ਚੁੱਕੀਆਂ ਨੇ। ਜਿੱਥੇ ਮੰਥਨ ਹੋ ਰਹੇ ਨੇ, ਜਿੱਥੇ ਮੀਟਿੰਗਾਂ ਹੋ ਰਹੀਆਂ ਨੇ, ਉੱਥੇ ਹੀ ਸਿਆਸੀ ਪਾਰਟੀਆਂ ਇਸ ਵੇਲੇ ਇਹ ਵੀ ਕੋਸ਼ਿਸ਼ ਕਰ ਰਹੀਆਂ ਨੇ ਕਿ ਅੱਗੇ ਸਰਕਾਰ ਬਣਾਉਣੀ ਕਿਵੇਂ ਹੈ। ਸਾਡੇ ਨਾਲ ਭਾਜਪਾ ਦੇ ਸੀਨੀਅਰ ਲੀਡਰ ਫਤਿਹ ਜੰਗ ਬਾਜਵਾਣੀ ਮੌਜੂਦ ਨੇ। ਅੱਜ ਹੀ ਮੀਟਿੰਗ ਕਰਕੇ ਆਏ ਨੇ। ਅੱਜ ਭਾਜਪਾ ਨੇ ਮੀਟਿੰਗ ਰੱਖੀ ਸੀ, ਗਜੇਂਦਰ ਸ਼ੇਖਾਵਤ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ। ਕੀ ਕੁਝ ਚਰਚਾ ਹੋਈ ਹੈ, ਗੱਲਬਾਤ ਕਰਦੇ ਹਾਂ ਬਾਜਵਾ ਸਾਹਿਬ ਉਹਨਾਂ ਦੇ ਨਾਲ। ਬਾਜਵਾ ਜੀ, ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਥੈਂਕ ਯੂ ਵੈਰੀ ਮਚ ਜੀ। ਸਾਰੇ ਸਰੋਤੇ ਜਿਹੜੇ ਪ੍ਰੋ ਪੰਜਾਬ ਟੀਵੀ ਨੂੰ ਦੇਖਦੇ ਨੇ, ਉਹਨਾਂ ਨਾਲ ਮੈਂ ਆਪਣੇ ਦਿਲ ਦੀਆਂ ਗੱਲਾਂ ਕਰਾਂਗਾ ਔਰ ਸੱਚੀਆਂ ਗੱਲਾਂ ਕਰਾਂਗਾ। ਦਿਲ ਦੀਆਂ ਗੱਲਾਂ, ਸੱਚੀਆਂ ਗੱਲਾਂ। ਤਾਂ ਦਿਲ ਦੀਆਂ ਗੱਲਾਂ ਔਰ ਸੱਚੀਆਂ ਗੱਲਾਂ ਦੀ ਸ਼ੁਰੂਆਤ ਫਿਰ ਚੋਣ ਨਤੀਜਿਆਂ ਤੋਂ ਹੀ ਕਰ ਲੈਂਦੇ ਹਾਂ। ਦਿਲ ਕੀ ਕਹਿੰਦਾ ਹੈ ਬਾਜਵਾ ਸਾਹਿਬ ਉਹਨਾਂ ਦਾ? ਕਿੰਨੀਆਂ ਸੀਟਾਂ ਆ ਰਹੀਆਂ ਨੇ? ਤੁਹਾਡੀ ਸੀਟ ਦਾ ਕੀ ਐਨਾਲਿਸਿਸ ਹੈਗਾ? ਭਾਜਪਾ ਇਸ ਵੇਲੇ ਪੰਜਾਬ 'ਚ ਕਿਸ ਪੋਜੀਸ਼ਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ? ਦੇਖੋ, ਜੋ ਮੈਨੂੰ ਨਜ਼ਰ ਆ ਰਿਹਾ ਹੈ, 4 ਕਾਰਨਰਡ ਕੰਟੈਸਟ ਪੰਜਾਬ ਵਿੱਚ ਚੱਲ ਰਿਹਾ ਹੈ, ਔਰ ਮੈਂ ਸਮਝਦਾ ਵੀ ਮਿਨੀਮਮ 25 ਸੀਟਾਂ ਜਿਹੜੀ ਹੈ ਬੀਜੇਪੀ ਲੈ ਕੇ ਜਾਏਗੀ ਮਿਨੀਮਮ। ਸ਼ਹਿਰੀ ਸੀਟਾਂ ਦੇ ਉੱਤੇ ਚੰਗਾ ਪਰਫਾਰਮ ਕੀਤਾ ਹੈ। ਜਿਹੜਾ ਸ਼ਹਿਰੀ ਹਿੰਦੂ ਵੋਟਰ ਹੈ, ਸ਼ਹਿਰੀ ਸਮਾਲ ਬਿਜ਼ਨਸਮੈਨ ਹੈ, ਉਹਨਾਂ ਨੇ ਜਿਹੜਾ, ਔਰ ਸ਼ਹਿਰੀ ਗਰੀਬ ਜਿਹੜਾ ਤਬਕਾ ਹੈ, ਕਿਉਂਕਿ ਮੋਦੀ ਸਾਹਿਬ ਦੀਆਂ ਜਿਹੜੀਆਂ ਕਈ ਸਕੀਮਸ ਨੇ ਜਿਹੜੀਆਂ ਡਾਇਰੈਕਟਲੀ ਉਹਨਾਂ ਦੇ ਅਕਾਊਂਟਸ ਵਿੱਚ ਜਾਂਦੀਆਂ ਨੇ, ਉਹਨਾਂ ਲੋਕਾਂ ਨੇ ਮੋਦੀ ਸਾਹਿਬ ਦੇ ਵਿੱਚ ਆਪਣਾ, ਜਦੋਂ ਪਠਾਨਕੋਟ ਵੀ ਆਏ ਨੇ, 2-3 ਜਗ੍ਹਾ 'ਤੇ ਮੋਦੀ ਸਾਹਿਬ ਹੋ ਕੇ ਗਏ, ਉਹਦਾ ਅਸਰ ਪਿਆ। ਔਰ ਮੈਂ ਸਮਝਦਾ ਵੀ ਸ਼ਹਿਰੀ ਸੀਟਾਂ ਦੇ ਉੱਤੇ ਬੀਜੇਪੀ ਆਪਣੇ ਜਿੰਨੀਆਂ ਵੋਟਾਂ ਉਹਨਾਂ ਨੂੰ ਚਾਹੀਦੀਆਂ ਨੇ ਉਹ ਲੈ ਕੇ ਉਹ ਕਾਮਯਾਬ ਹੋਏ ਨੇ। ਤਾਂ ਕੀ ਲੱਗਦਾ ਕਿ ਬੀਜੇਪੀ ਨੂੰ ਕਿੰਨੀਆਂ ਵੋਟਾਂ ਚਾਹੀਦੀਆਂ ਨੇ, ਔਰ ਇਸ ਵੇਲੇ ਤੁਹਾਨੂੰ ਸਿਚੁਏਸ਼ਨ ਕੀ ਨਜ਼ਰ ਆ ਰਹੀ? ਕਿਉਂਕਿ ਜਿੰਨਾ ਕੁ ਅਸੀਂ ਲੋਕਾਂ ਨਾਲ ਜਾ ਕੇ ਵਿਚਰ ਰਹੇ ਹਾਂ, ਲੋਕ ਕਹਿੰਦੇ ਖਿਚੜੀ ਹੋਊਗੀ ਇਸ ਵਾਰ। ਹੰਗ ਅਸੈਂਬਲੀ ਲੱਗਦਾ ਹੈ, ਖਿਚੜੀ ਲੱਗਦਾ ਹੈ, ਕਲੀਅਰ ਮੈਜੋਰਟੀ ਕਹਿੰਦੇ ਨਹੀਂ ਨਜ਼ਰ ਆਉਂਦੀ, ਔਰ ਦੂਸਰੇ ਪਾਸੇ ਇਹ ਲੱਗਦਾ ਕਹਿੰਦੇ ਜੇ ਆਊਗੀ ਤਾਂ ਕਲੀਨ ਸਵੀਪ ਨਾਲ ਆਪ ਆ ਸਕਦੀ ਹੈਗੀ। ਦੇਖੋ, ਜਿਹੜਾ ਪਹਿਲੇ ਤਾਂ ਮੈਂ ਤੁਹਾਨੂੰ ਆਪ ਦੀ ਗੱਲ ਕਰਨਾ ਚਾਹੁੰਦਾ ਵੀ ਆਪ ਦਾ ਅੰਡਰ ਕਰੰਟ ਹਮੇਸ਼ਾ ਰਿਹਾ, ਚੇਂਜ ਆਫ ਗਵਰਨਮੈਂਟਸ, ਚੇਂਜ ਆਫ ਲੀਡਰਸ਼ਿਪ ਦੀ ਪੰਜਾਬ ਦੇ ਵਿੱਚ ਭਾਲ ਰਹੀ ਹੈ। 2017 ਦੇ ਵਿੱਚ ਵੀ ਆਮ ਆਦਮੀ ਪਾਰਟੀ 100 ਸੀਟਾਂ ਦੀ ਗੱਲ ਕਰ ਰਹੇ ਸੀ, 20 ਤੇ ਆ ਕੇ ਸਿਮਟ ਗਿਆ। ਔਰ ਸਾਰਿਆਂ ਨੂੰ ਵੱਡੀ ਗੱਲ ਸੀ ਵੀ ਜੇ 20
ਤੋਂ ਇਹਨਾਂ ਨੂੰ ਸਟਰੋਂਗ ਹੋਣਾ ਚਾਹੀਦਾ ਸੀ, ਉੱਥੋਂ ਆ ਕੇ 12 ਬੰਦੇ ਚਲੇ ਗਏ, 8 ਰਹਿ ਗਏ। ਤੋ ਦੈਟ ਸ਼ੋਜ਼ ਵੀ ਲੀਡਰਸ਼ਿਪ ਔਰ ਪਾਰਟੀ ਦੀ ਕਿਤੇ ਨਾ ਕਿਤੇ ਕਾਫੀ ਕਮਜ਼ੋਰੀ ਹੈ। ਉਹਦੇ ਵਿੱਚ ਹੁਣ ਵੀ ਜੇ ਆਮ ਆਦਮੀ ਪਾਰਟੀ ਗੱਲ ਕਰਦੀ ਹੈ, ਮੈਂ ਬਹੁਤ ਵੀ ਉਹਨਾਂ ਨੂੰ ਵਧੀਆ ਨੰਬਰ ਦੇ ਦਿੰਦਾ। ਜੇ ਆਪਾਂ ਇਹ ਕਹਿੰਦੇ ਆ ਵੀ ਜੀ ਮਾਲਵੇ ਚੋਂ ਆਊਟ ਆਫ 69 ਨੂੰ 30 ਸੀਟਾਂ ਜਾਂ 35 ਵੀ ਤੁਸੀਂ ਕਹਿੰਦੇ ਲਾ ਕਿੰਨੀਆਂ ਵੀ ਸੀਟਾਂ ਕਰ ਲਓ, ਤੇ ਇਸ ਤੋਂ ਇਲਾਵਾ 10 ਸੀਟਾਂ ਓਵਰਆਲ ਪੰਜਾਬ 'ਚ ਹੋਰ ਕਿਤੋਂ ਨਹੀਂ ਕੱਢਦੇ। ਸੋ ਦੇ ਵਿਲ ਬੀ ਫਾਰ ਅਵੇ ਫਰਮ ਜਿਹੜੀ ਉਹ ਕਿਆਫੇ ਲਾ ਰਹੇ ਨੇ। ਲੱਗਦਾ ਇਹ ਹੀ ਹੁੰਦਾ ਵੀ ਜੀ ਝਾੜੂ 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 ਕਹਿੰਦੇ ਨੇ, ਪਰ ਬੜੀਆਂ ਗੱਲਾਂ ਮੈਟਰ ਕੀਤੀਆਂ ਨੇ, ਬੜੀਆਂ ਚੀਜ਼ਾਂ ਮੈਟਰ ਕੀਤੀਆਂ ਨੇ, ਡੇਰਿਆਂ ਦੀਆਂ ਵੋਟਾਂ ਮੈਟਰ ਕੀਤੀਆਂ ਨੇ, ਲੋਕਾਂ ਦੇ ਵਿਸ਼ਵਾਸ, ਕਿਉਂਕਿ ਡਬਲ ਇੰਜਨ ਦੀ ਸਰਕਾਰ ਦਾ ਮਕਸਦ ਹੀ ਇਹ ਸੀ ਵੀ ਅੱਜ ਪੰਜਾਬ ਨੂੰ ਲੋੜ ਹੈ ਸੈਂਟਰ ਦੀ ਸਰਕਾਰ ਦੇ ਨਾਲ ਚੱਲ ਕੇ ਆਪਣੀ ਸਰਕਾਰ ਬਣਾਉਣ ਦਾ। ਪੰਜਾਬ ਬਹੁਤ ਪਿੱਛੇ ਰਹਿ ਗਿਆ। 2004 ਤੋਂ 14 ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਰਹੀ ਤੇ ਇੱਥੇ ਅਕਾਲੀ ਦਲ ਦੀ ਸਰਕਾਰ ਰਹੀ। 10 ਸਾਲ ਹੋ ਗਏ, ਅੱਗੇ 5 ਸਾਲ ਮੋਦੀ ਸਾਹਿਬ ਨੂੰ 8 ਸਾਲ ਹੋ ਗਏ ਨੇ, ਇੱਥੇ ਕਾਂਗਰਸ ਦੀ ਸਰਕਾਰ ਆ ਗਈ। ਸੋ ਜਿੰਨਾ ਪੰਜਾਬ ਦੇ ਵਿੱਚ ਨਾਲ ਦੇ ਸੂਬੇ ਦੇਖ ਲਓ, ਹਿਮਾਚਲ ਬਹੁਤ ਛੋਟਾ ਭਰਾ ਕਿਹਾ ਸਾਡੇ ਤੋਂ ਅੱਗੇ ਆ ਗਿਆ, ਹਰਿਆਣਾ ਕੱਲਾ ਗੜਗਾਓਂ ਹੀ ਪੰਜਾਬ ਨੂੰ ਕਵਰ ਕਰ ਲੈਂਦਾ। ਸੋ ਪੰਜਾਬ ਨੂੰ ਬੜੀ ਜ਼ਬਰਦਸਤ ਲੋੜ ਹੈ ਇੰਡਸਟਰੀਲਾਈਜੇਸ਼ਨ ਦੀ। ਜਿਹੜਾ ਫਾਰਮਿੰਗ ਮੈਂ ਪੈਟਰਨ, ਤੁਹਾਨੂੰ 1 ਮਿੰਟ ਮੈਂ ਜ਼ਿਆਦਾ ਲੈ ਰਿਹਾ, ਫਾਰਮਿੰਗ ਪੈਟਰਨ ਨੂੰ ਤੋੜਨ ਦਾ ਔਰ ਕਿਸਾਨੀ ਨੂੰ ਇੰਡਸਟਰੀਲਾਈਜੇਸ਼ਨ ਨਾਲ ਜੋੜਨ ਦਾ, ਤਾਂ ਹੀ ਪੰਜਾਬ ਦੇ ਵਿੱਚ ਨੌਕਰੀਆਂ ਤੇ ਡਿਵੈਲਪਮੈਂਟ ਹੋ ਸਕਦੀ ਹੈ। ਪਹਿਲਾ ਕਰਕਸ ਤੇ ਇਹ ਹੈ, ਉਹ ਤਾਂ ਹੀ ਹੋਣਾ ਜੇ ਬੀਜੇਪੀ ਦੀ ਸਰਕਾਰ ਆਏਗੀ ਔਰ ਉਹਦੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੇ ਬੀਜੇਪੀ ਨੂੰ ਵੋਟ ਪਾਈ ਹੈ, ਸ਼ਹਿਰਾਂ 'ਚ ਵੋਟ ਪਾਈ ਹੈ। ਦੇ ਅੰਡਰਸਟੈਂਡ ਵੀ ਡਿਵੈਲਪਮੈਂਟ ਲਈ ਜਾਂ ਨੌਕਰੀਆਂ ਲਈ ਸਾਨੂੰ ਇਹ ਕਰਨ ਦੀ ਬੜੀ ਜ਼ਬਰਦਸਤ। ਡੇਰੇਵਾਦ ਦਾ ਜ਼ਿਕਰ ਕੀਤਾ ਕਿ ਡੇਰਾ ਵੋਟ ਵੀ ਇਸ ਵਾਰ ਮੈਟਰ ਕੀਤੀ ਹੈਗੀ ਹੈ, ਤਾਂ ਲੱਗਦਾ ਕਿ ਇਸ ਵਾਰ ਡੇਰੇ ਦੀ ਜਿਹੜੀ ਵੋਟ ਹੈ ਉਹ ਭਾਜਪਾ ਨੂੰ ਭੁਗਤੀ ਹੈਗੀ ਹੈ, ਕਿਉਂਕਿ ਇਹ ਚਰਚਾਵਾਂ ਸੀਗੀਆਂ। ਹਾਲਾਂਕਿ ਖੁੱਲ੍ਹੇਆਮ ਸਮਰਥਨ ਤਾਂ ਜਿਹੜਾ ਹੈਗਾ ਉਹ ਕਿਸੇ ਵੀ ਡੇਰੇ ਦੇ ਵੱਲੋਂ ਨਹੀਂ ਕੀਤਾ ਗਿਆ, ਨਾ ਹੀ ਉਹ ਚਰਚਾਵਾਂ ਦੇ ਵਿੱਚ ਆਇਆ, ਪਰ ਇਹ ਜ਼ਰੂਰ ਚਰਚਾ ਸੀ ਕਿ ਡੇਰਾ ਜੋ ਹੈ ਉਹ ਭਾਜਪਾ ਨੂੰ ਸਮਰਥਨ ਦੇ ਸਕਦਾ। ਦੇਖੋ, ਮੈਂ ਬੇਸਿਕਲੀ ਕੀ ਹੈ, ਡੇਰੇ ਦੀ ਵੋਟ ਵੀ ਜਿਹੜੀ ਮਾਲਵੇ ਵਿੱਚ ਹੈ ਦੈਟ ਇਜ਼ ਗਰੀਬ ਵੋਟ ਜ਼ਿਆਦਾ, ਝਾੜੂ ਨਾਲ ਵੀ ਇਹੋ ਵੋਟ ਜ਼ਿਆਦਾ ਐਸੋਸੀਏਟ ਕਰਦੀ ਹੈ। ਮੈਂ ਵੈਸੇ ਗੱਲ ਕਰਨਾ ਵੀ ਜੇ ਡੇਰੇ ਨੇ ਕਿਸੇ ਪੱਖ ਦੀ ਕੋਈ ਗੱਲ ਕੀਤੀ ਹੋਊਗੀ ਤੇ ਉਹ ਵੋਟ ਵੀ ਜ਼ਰੂਰ ਮੈਟਰ ਕਰੂਗੀ, ਕਿਉਂਕਿ ਮਾਲਵੇ ਦੇ 50 ਸੀਟਾਂ ਦੇ ਉੱਤੇ ਡੇਰੇ ਦਾ ਜਿਹੜਾ ਵੋਟ ਬੈਂਕ ਹੈ ਉਹ ਮੈਟਰ ਕਰਦਾ, ਹਰਾਉਣ ਦਾ ਜਿਤਾਉਣ ਦਾ। ਤੋ ਇਹਦੇ ਵਿੱਚ ਜਿਹੜੇ ਸਰਪ੍ਰਾਈਜ਼ਿੰਗ ਫੈਕਟਰਸ ਹੋਣਗੇ, ਉਹ ਸਰਪ੍ਰਾਈਜ਼ਿੰਗ ਫੈਕਟਰ ਇਹ ਹੋਣਗੇ ਵੀ ਚੌਥੇ ਹਿੱਸੇ ਦਾ ਨੰਬਰ ਜਿਹੜਾ ਲੈ ਕੇ ਕਾਮਯਾਬ ਹੋ ਜਾਊਗਾ ਉਹੀ ਆਪਣੀ ਸਰਕਾਰ ਬਣਾਊ। ਰਣਜੀਤ ਸਿੰਘ ਚੰਨੀ ਨੇ ਵੀ ਜ਼ਿਕਰ ਕੀਤਾ, ਕਹਿੰਦੇ ਕਿ ਭਾਜਪਾ ਔਰ ਅਕਾਲੀ ਦਲ ਨੇ ਰਾਮ ਰਹੀਮ ਦੀ ਫਰਲੋ ਦਾ ਇਸਤੇਮਾਲ ਕੀਤਾ ਹੈਗਾ। ਉਹ ਕਹਿੰਦੇ ਕਿ ਜਿਹੜੀ ਫਰਲੋ ਸੀ ਦਿੱਤੀ ਇਸੀ ਕਰਕੇ ਗਈ ਸੀ ਕਿ ਤਾਂ ਕਿ ਵੋਟਾਂ ਦੇ ਵਿੱਚ ਫਾਇਦਾ ਜਿਹੜਾ ਹੈ ਰਾਮ ਰਹੀਮ ਤੋਂ ਲਿੱਤਾ ਜਾ ਸਕੇ। ਦੇਖੋ, ਇਹ ਫਰਲੋ ਦਾ ਕਿੰਨੇ ਫਾਇਦਾ ਲਿਆ, ਇਹ ਤੇ ਕਿਆਫੇ ਨੇ। ਹਰ ਪੋਲੀਟੀਕਲ ਪਾਰਟੀ ਦੂਜੇ ਤੇ ਇਹ ਇਲਜ਼ਾਮ ਲਾਂਦੀ ਹੈ। ਇਹ ਉਹਨਾਂ ਨੂੰ ਪਤਾ ਹੀ ਹੈ, ਰੱਬ ਜਾਣਦਾ ਹੈ। ਮੈਂ ਤੇ ਇੱਕ ਕਿਆਫਾ ਲਾ ਰਿਹਾ ਵੀ ਜੇਕਰ ਇਹ ਵੋਟ ਬੈਂਕ ਪੈ ਜਾਂਦਾ ਤੇ ਡੈਫੀਨੇਟਲੀ ਜਿਹੜੀ ਹੈ ਭਾਜਪਾ ਕਾਫੀ ਵੱਡੇ ਨੰਬਰ ਤੇ ਜਿੱਤ ਕੇ ਆਪਣੀਆਂ ਸੀਟਾਂ ਆਊਗੀ ਮਾਲਵੇ 'ਚ, ਔਰ ਦੁਆਬੇ ਦੇ ਵਿੱਚ ਵੀ ਔਰ ਮਾਝੇ ਦੇ ਵਿੱਚ ਵੀ ਇਹ ਸੀਟਾਂ ਲੈਣਗੇ। ਸੋ ਆਈ ਐਮ ਵੈਰੀ ਵੈਰੀ ਹੋਪਫੁਲ ਵੀ ਉਹ ਨੰਬਰ ਹੋਏਗਾ ਜਿਹੜਾ ਬਿਨਾਂ ਬੀਜੇਪੀ ਤੋਂ ਕਿਸੇ ਦੀ ਸਰਕਾਰ ਨਹੀਂ ਬਣੇਗੀ। ਕਿੰਗ ਮੇਕਰ ਤੁਹਾਨੂੰ ਲੱਗਦਾ ਕਿ ਬੀਜੇਪੀ ਹੋਊਗੀ? 100% ਕਿੰਗ ਮੇਕਰ ਬੀਜੇਪੀ ਹੋਏਗੀ। ਪਰ ਇਹ ਕਿੰਗ ਮੇਕਰ ਦੇ ਨਾਲ ਕੌਣ ਰਲੂਗਾ? ਕਿ ਜੋ ਸਭ ਤੋਂ ਪਹਿਲਾਂ ਮੇਰੀ ਸਵਾਲ ਸੀਗਾ ਹੰਗ ਅਸੈਂਬਲੀ ਵਾਲੀ ਜੋ ਚਰਚਾਵਾਂ ਨੇ, ਤੁਹਾਨੂੰ ਕੀ ਨਜ਼ਰ ਆਉਂਦਾ ਕਿ ਪੰਜਾਬ 'ਚ ਹੰਗ ਅਸੈਂਬਲੀ ਵਾਲੇ ਅਸਾਰ ਨਜ਼ਰ ਆਉਂਦੇ ਹਨ, ਉਸ ਤੋਂ ਬਾਅਦ ਕਿੰਗ ਮੇਕਰ ਵਾਲੀ ਭੂਮਿਕਾ ਭਾਜਪਾ ਨਿਭਾਉਂਦੀ ਹੋਈ ਨਜ਼ਰ ਆਊਗੀ, ਔਰ ਨਾਲ ਅਲਾਇੰਸ ਫਿਰ ਕਿਸ ਦਾ ਹੋਊਗਾ? ਦੇਖੋ, ਇਹ 'ਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ ਵੀ ਅੱਜ ਪੰਜਾਬ ਦੀਆਂ ਵੋਟਾਂ ਜਿਹੜੀਆਂ ਪਈਆਂ ਨੇ ਉਹ ਹੰਗ ਅਸੈਂਬਲੀ ਹੀ ਆਣੀ ਹੈ। ਜੋ ਨਜ਼ਰ ਆ ਰਹੀ ਹੈ ਉਹ ਹੰਗ ਅਸੈਂਬਲੀ ਆਣੀ, ਕਿਸੇ ਨੂੰ ਸਿੰਗਲ ਮੈਜੋਰਿਟੀ ਨਹੀਂ ਮਿਲਣੀ ਕਿਸੇ ਪਾਰਟੀ ਨੂੰ। ਜਿਹੜੀਆਂ ਪਾਰਟੀ, ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸ ਰਿਹਾ, ਹਰ ਪਾਰਟੀ ਕੋ 25-30 ਸੀਟਾਂ ਹੋਣਗੀਆਂ ਤੇ ਤੁਸੀਂ ਆਪੇ ਦੇਖ ਲਓ ਇਹ ਹੰਗ ਹੋਣੀ ਹੈ। ਉਸ ਦੇ ਵਿੱਚ ਜੋੜ ਗਠਬੰਧਨ ਕਿਹਦੇ ਨਾਲ ਹੁੰਦਾ ਹੈ, ਉਹ ਨਿਭਦਾ ਕਿ ਨਹੀਂ ਨਿਭਦਾ, ਇਹ ਚੀਜ਼ਾਂ ਬੜੀਆਂ ਫਿਰ ਫਲੂਇਡ ਹੋ ਜਾਂਦੀਆਂ ਨੇ। ਉਸ ਸਿਚੁਏਸ਼ਨ ਦੇ ਵਿੱਚ ਜਿਹੜੇ ਕੋਈ ਪੁਰਾਣੇ ਅਲਾਇੰਸਿਸ ਹੁੰਦੇ ਨੇ ਉਹ ਚੀਜ਼ਾਂ ਫਿਰ ਪਾਰਟੀ ਹਾਈ ਕਮਾਂਡ ਨੇ ਵੇਖਣਾ ਹੁੰਦਾ ਵੀ ਵੈਦਰ ਬੀਜੇਪੀ ਵਾਂਟਸ ਟੂ ਗੋ ਇਟ ਅਲੋਨ, ਠੀਕ ਹੈ। ਐਂਡ ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਪਾਰਟੀ ਹਾਈ ਕਮਾਂਡ ਫਿਰ ਆਪਣੇ ਡਿਸੀਜਨ ਲੈਂਦੀ ਹੈ, ਉਸ ਡਿਸੀਜਨਸ ਦੇ ਉੱਤੇ
10 ਮਾਰਚ ਨੂੰ ਤੁਹਾਨੂੰ ਕਾਫੀ ਕੁਝ ਕਲੀਅਰ ਹੋ ਜਾਊਗਾ ਵੀ ਕਿਹੜਾ ਅਲਾਈਅੰਸ ਹੋ ਸਕਦਾ ਹੈ। ਪਰ ਕੀ ਇਹ ਲੱਗਦਾ ਸੰਭਾਵਨਾ ਹੈਗੀ ਹੈ ਕੈਪਟਨ ਬਾਦਲ, ਭਾਜਪਾ, ਸ਼੍ਰੋਮਣੀ ਅਕਾਲੀ ਦਲ, ਸੰਯੁਕਤ ਢੀਂਡਸਾ ਪਰਿਵਾਰ ਇਹ ਸਾਰੇ ਫੇਰ ਇਕੱਠੇ ਹੋ ਸਕਦੇ ਨੇ? ਦੇਖੋ ਹੋਣ ਨੂੰ ਕੀ ਨਹੀਂ ਹੁੰਦਾ, ਪੋਲਿਟਿਕਸ ਹੈ, ਇਟਸ ਅ ਨੰਬਰ ਗੇਮ ਹੈਗੀ ਹੈ। ਪਰ ਚੀਜ਼ਾਂ ਉੱਥੇ ਹੋਣਗੀਆਂ ਜਿੱਥੇ ਤੁਹਾਡੇ ਮੋਰ ਔਰ ਲੈਸ ਜਿਹੜੇ ਇਸ਼ੂਜ਼ ਨੇ ਇਹ ਇੱਕੋ ਜਿਹੇ ਹੋਣਗੇ। ਜਿੱਥੇ ਤੁਹਾਡੇ ਲੈਟਰ ਸੇ ਹੁਣ ਕਾਂਗਰਸ ਦੀ ਤੇ ਅਕਾਲੀ ਦਲ ਦੀ ਜਾਂ ਭਾਜਪਾ ਦੀ ਕਦੀ ਵੀ ਨਹੀਂ ਅਲਾਈਅੰਸ ਹੋ ਸਕਦਾ। ਕਾਂਗਰਸ ਇਜ਼ ਅ ਨੈਸ਼ਨਲ ਪਾਰਟੀ, ਸੋ ਇਜ਼ ਬੀਜੇਪੀ, ਦ ਡਿਫਰੈਂਸਿਸ ਆਰ ਆਪੋਜ਼ਿਟ। ਇਸੇ ਤਰੀਕੇ ਨਾਲ ਕਿਹੜਾ ਨੰਬਰ ਕਿਹੜੇ ਅਲਾਈਅੰਸ ਦੇ ਵਿੱਚ ਆਉਂਦਾ ਫਿਰ ਇਹ ਮੈਟਰ ਕਰਦਾ। ਇਸ਼ੂਜ਼ ਤਾਂ ਗੱਠਜੋੜ ਤੋਂ ਪਹਿਲਾਂ ਵੀ ਵੱਖਰੇ ਵੱਖਰੇ ਹੋਣੇ ਸ਼ੁਰੂ ਹੋ ਗਏ ਨੇ। BBMB ਦਾ ਜਿਸ ਤਰੀਕੇ ਦਾ ਮੁੱਦਾ ਇਸ ਵੇਲੇ ਗਰਮਾਇਆ ਹੋਇਆ ਹੈ, ਖਾਸ ਤੌਰ ਦੇ ਉੱਤੇ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਉਹਦੇ ਵਿੱਚੋਂ ਕੱਢ ਦਿੱਤੀ ਹੈ। ਔਰ ਨਾਲ ਹੀ ਅੱਜ ਇੱਕ ਹੋਰ ਰਿਪੋਰਟ ਲੱਗੀ ਹੈ ਕਿ 1100 ਕਰੋੜ ਜਿਹੜਾ ਫੰਡ ਹੈਗਾ ਦਿਹਾਤੀ ਫੰਡ ਵਿਕਾਸ ਦਾ, ਉਹ ਵੀ ਕੇਂਦਰ ਦੀ ਸਰਕਾਰ ਨੇ ਰੋਕ ਦਿੱਤਾ। ਜਿਹੜੀ ਵੀ ਨਵੀਂ ਸਰਕਾਰ ਹੋਊਗੀ ਉਹਦੇ ਵਾਸਤੇ ਬਹੁਤ ਔਖਾ ਹੋਊਗਾ ਰਿਲੀਜ਼ ਕਰਾਉਣਾ। ਤਾਂ ਪੰਜਾਬ ਦੇ ਉੱਤੇ ਕਹਿੰਦੇ ਫੇਰ ਡਾਕੇ ਮਾਰੇ ਜਾ ਰਹੇ ਨੇ ਕੇਂਦਰ ਦੇ ਵੱਲੋਂ। ਦੇਖੋ ਕੋਈ ਡਾਕੇ ਵਾਲੀ ਗੱਲ ਨਹੀਂ, ਇਹ ਹਮੇਸ਼ਾ ਪੋਲੀਟੀਕਲ ਪਾਰਟੀ ਦੂਜਿਆਂ ਤੇ ਇਹ ਤੋਹਮਤਾਂ ਲਾਉਂਦੀ ਹੈ। ਜਿਹੜਾ BBMB ਵਾਲੀ ਤੁਸੀਂ ਗੱਲ ਕੀਤੀ ਹੈ, ਜੋ ਮੇਰੀ ਨਜ਼ਰ 'ਚ ਹੈ, ਜੋ ਮੈਂ ਸਮਝਦਾ, ਇਹ 1966 ਜਦੋਂ ਪੰਜਾਬ ਹਰਿਆਣਾ ਸਟੇਟ ਬਣੀ ਹੈ, ਇਹ ਪੰਜਾਬ ਬਾਈਫਰਕੇਟ ਹੋਇਆ, 3 ਸਟੇਟਾਂ ਬਣੀਆਂ ਨੇ ਉਹਦੇ ਵਿੱਚੋਂ ਹਰਿਆਣਾ, ਹਿਮਾਚਲ ਐਂਡ ਪੰਜਾਬ। ਉਸ ਵਕਤ ਇਹ ਇੱਕ ਜਿਹੜਾ ਬੋਰਡ ਬਣਿਆ ਸੀ ਉਹਦੇ ਵਿੱਚ ਕਿਤੇ ਵੀ ਇਹ ਨਹੀਂ ਸੀ ਲਿਖਿਆ ਵੀ ਫਲਾਨੀ ਸਟੇਟ ਨੂੰ ਰਿਪਰੈਜ਼ੈਂਟੇਸ਼ਨ ਹੋਏਗੀ ਜਾਂ ਕਿੱਦਾਂ। ਇਹ ਹਾਈ ਕੋਰਟ ਨੇ ਜਦੋਂ ਵੀ ਪੈਨਲ ਮੰਗਿਆ ਇੱਥੇ ਸੂਬੇ ਦੀ ਸਰਕਾਰਾਂ ਕੋਲੋਂ, ਹਰਿਆਣਾ ਪੰਜਾਬ ਕੋਲੋਂ, ਇਹਨਾਂ ਨੇ ਉਹ ਪੈਨਲ ਆਫਿਸਰਸ ਦਾ ਕਿਤੇ ਨਾ ਕਿਤੇ ਭੇਜਿਆ ਨਹੀਂ। ਤੋ ਹਾਈ ਕੋਰਟ ਦੀ ਇਹ ਕੋਈ ਸੈਂਟਰ ਗਵਰਨਮੈਂਟ ਨੇ ਨਹੀਂ ਕੀਤਾ, ਇਹ ਹਾਈ ਕੋਰਟ ਦੇ ਆਰਡਰ ਹੋਏ ਨੇ ਵੀ ਜੀ ਤੁਸੀਂ ਉਹਨਾਂ ਨੇ ਪੈਨਲ ਦੀ ਫਿਰ ਗੱਲ ਕੀਤੀ। ਤਾਂ ਇਹ 2019 ਦੇ ਵਿੱਚ ਕੀਤਾ ਗਿਆ ਨਾ ਬਿੱਲ, ਕਹਿੰਦੇ ਕਿ ਜਦੋਂ ਇਹ ਬਿੱਲ ਦੇ ਵਿੱਚ ਚੇਂਜ ਕੀਤਾ ਗਿਆ 2019 ਦੇ ਵਿੱਚ ਆਇਆ ਤਾਂ ਉਦੋਂ, ਹਾਲਾਂਕਿ ਤੁਸੀਂ ਉਦੋਂ ਕਾਂਗਰਸ ਸੀਗੇ, ਤਾਂ ਤੁਹਾਡੇ ਕਹਿੰਦੇ ਉਦੋਂ ਜਿਹੜੇ ਕਾਂਗਰਸ ਦੇ ਸਾਂਸਦ ਸੀ ਉਹ ਵੀ ਨਹੀਂ ਕੋਈ ਬੋਲੇ, ਨਾ ਅਕਾਲੀ ਦਲ ਉਦੋਂ ਬੋਲਿਆ। ਹੁਣ ਇਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ। ਦੇਖੋ ਐਜ਼ ਅ ਮੈਟਰ ਆਫ ਫੈਕਟ ਮੈਂ ਤੁਹਾਨੂੰ ਦਲੀਲ ਤੇ ਤਾਂ ਗੱਲ ਕਰਾਂਗਾ, ਮੈਂ ਤਾਂ ਤੁਹਾਨੂੰ ਜਿੰਨੀ ਗੱਲ ਦੀ ਮੈਨੂੰ ਪਤਾ ਹੈ ਔਰ ਸਮਝ ਹੈ ਉਹਦੇ ਵਿੱਚ ਇਹੋ ਹੀ ਸੀ ਵੀ ਕੋਈ ਇਹ ਪੋਲੀਟੀਕਲ ਇਸ਼ੂ ਨਹੀਂ ਹੈ। ਅਲਟੀਮੇਟਲੀ ਆਫਿਸਰਸ ਤਾਂ ਇੰਜੀਨੀਅਰ ਹੀ ਲੱਗਣੇ ਨੇ ਤੇ ਇਹਨਾਂ ਵਿੱਚੋਂ ਹਮੇਸ਼ਾ ਸਟੇਟਾਂ ਦੇ ਲੱਗਦੇ। ਹੁਣ ਵੀ ਮੇਰਾ ਖਿਆਲ ਕੋਈ ਇਹੋ ਜਿਹਾ ਮੁੱਦਾ ਨਹੀਂ ਬਣੇਗਾ। ਨਹੀਂ, ਪੰਜਾਬ ਦਾ ਵੀ ਹੋਣਾ ਚਾਹੀਦਾ ਫਿਰ ਆਫਿਸਰ। ਕਿਉਂ ਨਹੀਂ ਹੋਏਗਾ? ਕੌਣ ਕਹਿੰਦਾ ਪੰਜਾਬ ਦਾ ਨਹੀਂ ਹੋਏਗਾ? ਰਿਪਰੈਜ਼ੈਂਟੇਸ਼ਨ ਹੀ ਚੱਕ ਦਿੱਤੀ, ਉਹਦੇ ਵਿੱਚੋਂ ਆਇਆ ਹੀ ਨਹੀਂ ਹੈ। ਪੰਜਾਬ ਔਰ ਹਿਮਾਚਲ ਨੂੰ ਹੀ ਬਾਹਰ ਕੱਢ ਦਿੱਤਾ। ਔਰ ਜਿਹੜੀ ਉੱਥੇ ਫੋਰਸਿਸ ਲੱਗੀਆਂ ਹੋਈਆਂ ਸੀ ਪੰਜਾਬ ਹਿਮਾਚਲ ਦੀਆਂ, ਉਹ ਵੀ ਹੁਣ ਚੱਕ ਦਿੱਤੀਆਂ। ਉਹਦੀ ਜਗ੍ਹਾ ਦੇ ਉੱਤੇ CISF ਨੂੰ ਲਗਾ ਦਿੱਤਾ ਗਿਆ। ਦੇਖੋ ਗੱਲ ਪਤਾ ਕੀ ਹੈ, ਇਹਨੂੰ ਹੁਣ ਤੁਸੀਂ ਜਿੱਦਾਂ ਮਰਜ਼ੀ ਪ੍ਰੈਜ਼ੈਂਟ ਕਰ ਲਓ। ਜਦੋਂ ਤੁਹਾਡੇ ਕੋਲ ਕੋਈ ਟਾਈਮ ਨਾਲ ਕੋਈ ਚੀਜ਼ ਮੰਗੀ ਜਾਂਦੀ ਹੈ, ਜੇ ਤੁਸੀਂ ਦਿਓਗੇ ਨਹੀਂ ਤੇ ਹਾਈ ਕੋਰਟ ਨੇ ਉਹ ਕੀਤਾ ਵੀ ਜਿਹੜਾ ਅਗਲੇ ਨੂੰ ਇਹ ਦੱਸਿਆ ਵੀ ਜੇ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਪੈਨਲ ਆਪਣਾ ਬਣਾ ਦਾਂਗੇ। ਤੇ ਉਹ ਪੈਨਲ ਜਦੋਂ ਸਟੇਟਸ ਆਪਣੀਆਂ ਰਿਪਰੈਜ਼ੈਂਟੇਸ਼ਨ ਦੇਣਗੇ ਸੈਂਟਰ ਨੂੰ, ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੁੰਦੀ? ਕੀ ਲੱਗਦਾ ਤਾਂ ਹੀ ਚਰਨਜੀਤ ਸਿੰਘ ਚੰਨੀ ਹੋਣੀ ਚੁੱਪ ਨੇ, ਤਾਂ ਹੀ ਨਵਜੋਤ ਸਿੰਘ ਸਿੱਧੂ ਚੁੱਪ ਨੇ? ਉਹਦੇ ਵੱਲੋਂ ਪੈਨਲ ਦੇ ਉੱਤੇ ਰਿਪਰੈਜ਼ੈਂਟੇਸ਼ਨ ਨਹੀਂ ਸਮੇਂ ਦੇ ਉੱਤੇ ਭੇਜੀ ਗਈ। ਦੇਖੋ ਉਹਨਾਂ ਦੇ ਵੈਸੇ ਹੀ ਚੁੱਪ ਦਾ ਟਾਈਮ ਆ ਗਿਆ। ਜਿਹੜੀ ਬਹੁਤੇ ਬੋਲਦੇ ਸੀ ਨਾ, ਇਹ ਭਾਂਡੇ ਜਿਹੜੇ ਬਹੁਤੇ ਖੜਕਦੇ ਸੀ, ਉਹ ਹੁਣ ਲੋਕਾਂ ਨੇ ਹੀ ਉਹਨਾਂ ਨੂੰ ਖੜਕਣ ਨੂੰ ਹਟਾ ਦੇਣਾ। ਕਾਂਗਰਸ ਦੀ ਕੀ ਪੋਜੀਸ਼ਨ ਦੇਖਦੇ ਹੋ ਵੈਸੇ? ਮੈਂ ਤਾਂ ਸਮਝਣਾ ਡਿਸਇੰਟੀਗ੍ਰੇਟ ਹੋ ਜਾਊਗੀ ਕਾਂਗਰਸ। 20 ਤੋਂ ਥੱਲੇ ਸੀਟਾਂ ਹੀ ਆਉਂਦੀ। ਮੈਨੂੰ ਨਵਜੋਤ ਸਿੰਘ ਸਿੱਧੂ ਮੈਂ ਕੁਝ ਨਹੀਂ ਕਹਿ ਸਕਦਾ। ਇਹ ਤੇ ਕੀ ਲੋਕਾਂ ਨੇ ਕਿਹਨੂੰ ਵੋਟ ਪਾਈ ਹੈ, ਮੈਂ ਕੋਈ ਪੰਡਤ ਤੇ ਹੈ ਨਹੀਂ। ਪਰ ਜੋ ਭਾਜਪਾ ਦੀ ਭਵਿੱਖਬਾਣੀ ਕਰ ਦਿੱਤੀ ਤੁਸੀਂ ਸੀ। ਹਮੇਸ਼ਾ ਕਹਿੰਦੇ ਸੀ ਪੰਜਾਬ ਦੀ ਭਵਿੱਖਬਾਣੀ ਕੋਈ ਜੋਸ਼ੀ ਕਰ ਸਕਦਾ, ਬਾਜਵਾ ਸਾਹਿਬ ਨੇ ਉਹ ਭਵਿੱਖਬਾਣੀ ਕਰਤੀ ਭਾਜਪਾ ਦੀ। ਨਹੀਂ, ਮੈਂ ਭਵਿੱਖਬਾਣੀ ਇਹ ਕੀਤੀ ਵੀ ਭਾਜਪਾ ਚੰਗੀਆਂ ਸੀਟਾਂ ਲੈ ਜਾਊਗੀ। ਬਾਕੀ ਭਵਿੱਖਬਾਣੀ ਮੈਂ ਕਿਹਾ ਵੀ ਜੋ ਸੈਂਟਰ ਕਰੂਗੀ, ਜੋ ਆਪਦੀ ਵੀ ਤੁਸੀਂ ਕਰਤੀ, ਕਾਂਗਰਸ ਦੀ ਵੀ ਸੀਟਾਂ ਦੇਤੀਆਂ। ਭਵਿੱਖਬਾਣੀ ਤਾਂ ਤੁਹਾਨੂੰ ਸਾਰੀ ਹੈਗੀ ਹੈ। ਗੱਲ ਨਹੀਂ ਸਮਝਦੇ। ਕਾਂਗਰਸ ਨੇ ਤੇ ਆਪਣਾ ਕੰਮ ਆਪ ਕੀਤਾ। ਹਮੇਸ਼ਾ ਕਿਹਾ ਜਾਂਦਾ ਵੀ ਕਾਂਗਰਸ ਨੂੰ ਹੋਰ ਕੋਈ ਨਹੀਂ ਮਾਰਦਾ, ਕਾਂਗਰਸ ਨੂੰ ਕਾਂਗਰਸ ਹੀ ਮਾਰਦੀ ਹੈ। ਉਹਨਾਂ ਪ੍ਰੂਵ ਕਰ ਦਿੱਤਾ। ਇਸ ਵਾਰ ਕਿਸਨੇ ਕਾਂਗਰਸ ਨੂੰ ਮਾਰਿਆ? ਸਾਰਿਆਂ ਨਾਲੋਂ ਵੱਡੀ ਤੇ ਤੁਹਾਨੂੰ ਦੱਸਿਆ ਮਾਝਾ ਐਕਸਪ੍ਰੈਸ, ਜਿਨ੍ਹਾਂ ਨੇ ਐਕਚੁਅਲੀ ਕਾਂਗਰਸ ਦਾ ਸਾਰਿਆਂ ਨਾਲੋਂ ਵੱਡਾ ਨੁਕਸਾਨ ਕੀਤਾ। ਤੁਸੀਂ ਜਦੋਂ ਕਿਤੇ ਕੱਲ ਨੂੰ ਕਿਤਾਬ ਲਿਖੀ ਜਾਏਗੀ ਉਹਦੇ ਵਿੱਚ ਦੇ ਵਿਲ ਬੀ ਦਾ ਵਨਸ ਹੂ ਹੈਵ ਟੂ ਬੀ ਬਲੇਮਡ। ਮੈਂ ਇਹ ਨਹੀਂ ਕਹਿੰਦਾ, ਮੈਂ ਕਿਸੇ ਨੂੰ ਪਰਸਨਲੀ ਨਹੀਂ ਕਹਿੰਦਾ, ਪਰ ਜਦੋਂ ਪਾਰਟੀ ਨੂੰ ਇਸ ਕਿਸਮ ਦੇ ਲੋਕ ਤੁਹਾਨੂੰ ਆਪਣੇ ਮੁਫਾਦਾਂ ਲਈ, ਆਪਣੇ ਬੈਨੀਫਿਟਸ ਲਈ ਜੇ ਕੋਈ ਕਰੇਗਾ ਤੇ ਉਹਦੇ ਵਿੱਚ ਨੈਚੁਰਲੀ ਬਹੁਤ ਵੱਡਾ ਪਾਰਟੀ ਨੂੰ ਨੁਕਸਾਨ ਹੋਇਆ। ਇਹ ਮਾਝਾ ਐਕਸਪ੍ਰੈਸ ਸੀਟਾਂ ਕੱਢ ਰਹੀ ਹੈ ਆਪਣੀ, ਕੀ ਐਨਾਲਿਸਿਸ ਹੈ ਉੱਥੇ ਗੁਰਦਾਸਪੁਰ ਦਾ?
10 ਨੂੰ ਪਤਾ ਲੱਗ ਜਾਏਗਾ। ਵੈਸੇ ਕੀ ਐਨਾਲਿਸਿਸ, ਇਹ ਸਾਰਾ ਐਨਾਲਿਸਿਸ ਤੁਹਾਡੇ ਕੋਲ ਹੈਗਾ ਬਾਜਵਾ ਸਾਹਿਬ, ਇਹਨਾਂ ਦਾ ਵੀ ਐਨਾਲਿਸਿਸ ਤਾਂ ਹੋਊਗਾ ਹੀ। ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਵੱਡੇ ਭਰਾ ਨੇ, ਇੱਕ ਛੋਟਾ ਇੱਕ ਵੱਡਾ, ਤਾਂ ਮੈਂ ਇੱਥੇ ਆਪਣੀ ਕੋਈ ਵੀ ਗੱਲ ਕਰਦਾ ਠੀਕ ਨਹੀਂ ਲੱਗਦਾ। ਉਹ ਲੋਕਾਂ ਨੇ ਆਪੇ ਜਿਹੜੇ 10 ਨੂੰ ਸਾਹਮਣੇ ਆ ਜਾਣਾ। ਆਪਣੀ ਵੱਡੇ ਭਰਾ ਦੀ ਸੀਟ ਦੀ ਗੱਲ ਕਰੀਏ ਤਾਂ ਕੀ ਲੱਗਦਾ ਕਾਦੀਆਂ ਜਿਨ੍ਹਾਂ ਦੀ ਜਿਹੜੀ ਤੁਹਾਡੀ ਸੀਟ ਸੀ ਜਿਹੜੀ ਉਹਨਾਂ ਨੂੰ ਦੇ ਦਿੱਤੀ ਸੀ? ਦੇਖੋ ਕੰਪੀਟੀਸ਼ਨ ਬੜਾ ਹੈ। ਤੁਸੀਂ ਕਿਸੇ ਬਾਰੇ ਵੀ ਇਹ ਕਹਿ ਦਿਓ ਜੀ ਵੀ ਉਹ ਬਿਲਕੁਲ ਕਲੀਅਰ, ਉਹ ਬਿਲਕੁਲ ਗਲਤ ਗੱਲ ਹੋਏਗੀ। ਇਟ ਇਜ਼ ਨੈਕ ਟੂ ਨੈਕ ਫਾਈਟ ਇਨ ਆਲ ਦ ਕਨਸਟੀਚੁਐਂਸੀਜ਼ ਇੰਕਲੂਡਿੰਗ ਬਟਾਲਾ ਐਂਡ ਬਾਕੀ ਇਹ ਹੈ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਰ ਕੋਈ ਮੈਨੂੰ ਇਹ ਮਾਣ ਹੈ। ਮੈਂ ਮਹਾਰਾਜ ਹੰਸਾਲੀ ਵਾਲੇ ਬਾਬਾ ਜੀ ਦਾ ਆਸ਼ੀਰਵਾਦ ਹੈ, ਮੈਂ ਆਪਣੀ ਬਟਾਲਾ ਸੀਟ ਕੱਢਾਂਗਾ। ਲੋਕਾਂ ਦਾ ਪਿਆਰ ਬਹੁਤ ਮਿਲਿਆ, ਸ਼ਹਿਰ ਦੀ ਵੋਟ ਬਹੁਤ ਪਈ ਹੈ। ਕਿਹਾ ਜਾਂਦਾ ਵੀ ਮੋਰ ਦੈਨ 50% ਆਫ ਦਾ ਵੋਟ ਹੈਜ਼ ਗੋਨ ਇਨ ਫੇਵਰ ਆਫ ਬੀਜੇਪੀ। ਜੇ ਲੋਕਾਂ ਨੇ ਇਸ ਕਿਸਮ ਦਾ ਪਿਆਰ ਦਿਖਾਇਆ ਤੇ ਫਿਰ ਫਤਿਹ ਜੰਗ ਸਿੰਘ ਬਾਜਵਾ ਤਾਂ ਹਮੇਸ਼ਾ ਕਾਇਲ ਹੋ ਕੇ ਰਹਿ ਗਿਆ ਬਟਾਲੇ ਦਾ। ਦਿਨ ਤਾਂ ਮੈਨੂੰ ਸਾਰੇ 15-16 ਹੀ ਮਿਲੇ ਤੇ 15-16 ਦਿਨਾਂ ਦੇ ਵਿੱਚ ਇਹ ਕਨਸਟੀਚੁਐਂਸੀ ਨੂੰ ਜਾਣਨਾ ਹੀ ਬੜਾ ਔਖਾ ਹੈ। ਤੇ ਪਿੰਡਾਂ ਦਾ ਜਿੱਥੇ ਕਿ ਫਾਰਮ ਲਾਅ ਕਰਕੇ ਵਿਰੋਧ ਸੀ ਬੀਜੇਪੀ ਦਾ, ਉੱਥੇ ਫਿਰ ਜਿਹੜਾ ਥੋੜੀ ਜਿਹੀ ਮੁਸ਼ਕਲ ਜ਼ਰੂਰ ਆਈ ਹੈ। ਪਰ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਵੀ 50 ਸਾਲ ਬਾਜਵਾ ਪਰਿਵਾਰ ਦੀ ਸੇਵਾ ਕੀਤੀ, ਕੰਮ ਆਈ ਹੈ ਤੇ ਉੱਥੇ ਪਰਿਵਾਰ ਦੇ ਨਾਂ ਦੀ ਵੀ ਵੋਟ ਮਿਲੀ ਹੈ। ਅਖੀਰ ਲੋਕਾਂ ਨੂੰ ਕਨਵਿੰਸ ਕੀਤਾ ਗਿਆ ਵੀ ਕੋਈ ਮੋਦੀ ਜੀ ਨੇ ਕਿਸੇ ਨਾਲ ਧੱਕਾ ਨਹੀਂ ਕੀਤਾ, ਬਟ ਕਿਉਂਕਿ ਜ਼ਖਮ ਤਾਜ਼ਾ ਸੀ ਤੇ ਉਹਨੂੰ ਭਰਨ ਨੂੰ ਅਜੇ ਟਾਈਮ ਬਾਕੀ ਲੱਗਦਾ। ਇੱਥੇ ਤੇ ਵੱਡੇ ਵੱਡੇ ਕੰਮ ਹੋਣ ਤੋਂ ਬਾਅਦ ਵੀ ਲੋਕੀ ਕਾਂਗਰਸ ਨੂੰ ਵੋਟਾਂ ਪਾਉਂਦੇ। ਇਹ ਜ਼ਖਮ ਅਕਾਲੀ ਦਲ ਦੇ ਉੱਤੇ ਵੀ ਸੀਗਾ, ਹਾਲਾਂਕਿ ਤੋੜ ਵਿਛੋੜਾ ਬਹੁਤ ਪਹਿਲਾਂ ਕਰ ਲਿੱਤਾ ਸੀਗਾ। ਤਾਂ ਕੀ ਲੱਗਦਾ ਉਹਨਾਂ ਨੂੰ ਇਹ ਜ਼ਖਮ ਉਹਨਾਂ ਦਾ ਭਰ ਗਿਆ, ਲੋਕਾਂ ਨੇ ਉਹਨਾਂ ਦੇ ਭਰੋਸਾ ਜਤਾ ਦਿੱਤਾ? ਉਹਨਾਂ ਨੂੰ ਕਿੰਨੀਆਂ ਤੁਸੀਂ ਸੀਟਾਂ ਵੇਖਦੇ ਹੋ, ਕਿਉਂਕਿ ਗੱਠਜੋੜ ਤੁਹਾਡੇ ਦੋਵਾਂ ਦੇ ਚਰਚਾਵਾਂ ਹੈਗੀਆਂ ਨੇ, ਤਾਂ ਕਿੰਨੀ ਅਕਾਲੀ ਦਲ ਦੀਆਂ ਸੀਟਾਂ ਤੁਹਾਨੂੰ ਨਜ਼ਰ ਆ ਰਹੀਆਂ? ਦੇਖੋ ਪਿੰਡਾਂ ਦੇ ਵਿੱਚ ਵੀ ਧੜੇ ਹੈ ਸੀ, ਅਕਾਲੀ ਦਲ ਦਾ ਵੀ ਸੀ, ਕਾਂਗਰਸ ਦਾ ਵੀ ਸੀ। ਝਾੜੂ ਨਵੀਂ ਪਾਰਟੀ ਆਈ ਸੀ ਕਿਉਂਕਿ ਝਾੜੂ ਦਾ ਨਾਂ ਤੇ ਕਿਤੇ ਸਰਪੰਚ ਬਣਿਆ, ਨਾ ਕਿਤੇ ਮੈਂਬਰ ਬਣਿਆ। ਇਹ ਨਵਾਂ ਪੁਰਾਣੇ ਧੜੇ ਨੇ, ਧੜਿਆਂ ਨਾਲ ਵੋਟਾਂ ਤਾਂ ਪੈਂਦੀਆਂ ਨੇ। ਕਿਸੇ ਨੂੰ 1000 ਖੰਡ ਵੱਧ ਪੈ ਗਈ ਹੋਊਗੀ, ਕਿਸੇ ਨੂੰ 1000 ਖੰਡ ਘੱਟ ਪੈ ਗਈ ਹੋਏਗੀ। ਉੱਥੇ ਅਸੀਂ ਵੀ ਹਿੱਸਾ ਲਿਆ, ਉੱਥੇ ਸਾਰਿਆਂ ਨੇ ਬਰਾਬਰ ਦਾ ਹਿੱਸਾ ਲਿਆ। ਉੱਥੇ ਪੰਜਵਾਂ ਇੱਕ ਫੈਕਟਰ ਕਿਸਾਨ ਸਾਡੇ ਉੱਥੇ ਮਾਝਾ ਏਰੀਏ ਦਾ ਜਿਹੜਾ ਪ੍ਰਧਾਨ ਸੀ, ਉਹ ਇਲੈਕਸ਼ਨ ਲੜ ਰਿਹਾ ਸੀ ਬਟਾਲੇ ਤੋਂ, ਤੇ 2-4 ਹਜ਼ਾਰ ਵੋਟ ਤੇ ਉਹ ਵੀ ਲਏਗਾ। ਸੋ 42,000 ਵੋਟ ਵਿੱਚੋਂ ਜੇ 4,000 ਵੋਟ ਉਹ ਕੱਢ ਲਈਏ ਤੇ 38,000 ਵੋਟ ਵਿੱਚੋਂ ਚੌਥਾ ਹਿੱਸਾ ਹੀ ਲੈਣਾ ਤੇ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਸ਼ਹਿਰ 'ਚ ਹੋਣੀ ਹੈ। ਤੋ ਲੈਟ ਅਸ ਸੀ। ਆਈ ਐਮ ਵੈਰੀ ਅਕਾਲੀ ਦਲ ਦੀ ਮੈਂ ਗੱਲ ਕਰ ਰਿਹਾ ਬਾਜਵਾ ਸਾਹਿਬ। ਓਵਰਆਲ ਮੇਰੇ ਹਿਸਾਬ ਨਾਲ ਅਕਾਲੀ ਦਲ ਪਿਛਲੀ ਵਾਰ ਨਾਲੋਂ ਬੈਟਰ ਪਰਫਾਰਮ ਕੀਤਾ। ਕੁਝ ਸੀਟਾਂ ਦਾ ਵਾਧਾ ਜ਼ਰੂਰ ਹੋਏਗਾ। ਆ ਜਾਣਗੀਆਂ, ਮੈਂ ਇਹ ਨਹੀਂ ਕਹਿ ਸਕਦਾ ਕਿ ਨਹੀਂ ਆ ਜਾਣਗੇ, ਬਟ ਪਿਛਲੀ ਵਾਰ ਨਾਲੋਂ ਬੈਟਰ ਪਰਫਾਰਮ ਕੀਤਾ। 30+ ਲੈ ਜਾਣਗੇ? ਕਿੰਨੇ ਜੀ? 30+ ਲੈ ਜਾਣਗੇ ਅਕਾਲੀ ਦਲ? ਮੈਂ ਨਹੀਂ ਕਹਿ ਸਕਦਾ ਇਸ ਬਾਰੇ ਕਿਉਂਕਿ ਤੇ ਸਰਕਾਰ ਕਿਵੇਂ ਬਣੂਗੀ? ਕਿਉਂਕਿ ਤੁਹਾਡੇ ਦੋਵਾਂ ਦਾ ਜੇ ਗੱਠਜੋੜ ਹੁੰਦਾ ਹੈ, 25 ਤੁਸੀਂ ਕਹਿ ਰਹੇ ਹੋ, ਫਿਰ ਕੀ ਲੱਗਦਾ ਕਿੰਨੀਆਂ ਲੈ ਕੇ ਜਾਣਗੇ? ਉਹ ਅਕਾਲ ਪੁਰਖ ਦੱਸੇਗਾ ਨਾ। ਮੈਂ ਤਾਂ ਹੀ ਕਿਹਾ ਵੀ 10 ਤਰੀਕ ਨੂੰ 12 ਵਜੇ ਤੱਕ ਤੁਹਾਨੂੰ ਪਤਾ ਲੱਗ ਜਾਏਗਾ ਕਿਹਦੀ ਸਰਕਾਰ ਬਣ ਰਹੀ ਹੈ, ਕਿੰਨਾ ਕੁ ਖਿਚੜੀ ਹੈ, ਕਿ ਖਿਚੜੀ ਵਿੱਚੋਂ ਦਾਲ ਅੱਡ ਹੋ ਸਕਦੀ ਹੈ ਤੇ ਚੌਲ ਅੱਡ ਹੋ ਸਕਦੇ ਨੇ, ਤੇ ਜੇ ਨਹੀਂ ਹੈ ਤੇ ਫਿਰ ਕੁਦਰਤੀ ਗੱਲ ਹੈ ਵੀ ਗਵਰਨਰੀ ਰਾਜ ਲੱਗੂਗਾ ਤੇ ਜਦੋਂ ਹਾਲਾਤ ਹੋਣਗੇ ਫਿਰ ਇਲੈਕਸ਼ਨ ਹੋ ਜਾਏਗੀ ਦੁਬਾਰਾ। ਲੱਗਦਾ ਕਿ ਸਾਰੀਆਂ ਚੀਜ਼ਾਂ ਭਾਜਪਾ ਦੇ ਫੇਵਰ ਦੇ ਵਿੱਚ ਹੀ ਹੈਗੀਆਂ ਨਜ਼ਰ ਤੇ ਹੀ ਆ ਰਿਹਾ। ਹੋਰ ਬਾਕੀ ਲੋਕ ਬਲਵਾਨ ਨੇ, ਲੋਕਾਂ ਦਾ ਰਾਜ ਹੈ, ਸੋ ਮਸ਼ੀਨਾਂ ਵਿੱਚ ਕੀ ਨਿਕਲਦਾ ਹੈ ਇਹ ਚੀਜ਼ਾਂ ਤਾਂ ਤੁਹਾਨੂੰ 10 ਤਰੀਕ ਨੂੰ ਹੀ ਪਤਾ ਲੱਗੇਗਾ। ਇਹ ਵੀ ਕਹਿੰਦੇ ਨੇ ਕਿ ਭਾਜਪਾ ਮਸ਼ੀਨਾਂ ਦੇ ਵਿੱਚ ਵੀ ਗੜਬੜੀ ਕਰਾ ਦਿੰਦੀ ਹੈ। ਇਹ ਗੱਲਾਂ ਨੇ, ਕਦੀ ਇਹੋ ਜਿਹੀ ਕੋਈ ਗੱਲ ਨਹੀਂ। ਆਈ ਕੈਨ 100% ਗਿਵ ਯੂ ਇਨ ਰਾਈਟਿੰਗ ਵੀ ਇਹੋ ਜਿਹੀ ਨਾ ਕਦੀ। ਜੇ ਇਹੋ ਜਿਹੀ ਮਸ਼ੀਨਾਂ 'ਚ ਹੋ ਸਕਦਾ ਹੁੰਦਾ ਤੇ ਫਿਰ ਇਹਨਾਂ ਜ਼ੋਰ ਲਾਉਣ ਦੀ ਵੀ ਲੋੜ ਨਹੀਂ ਸੀ। ਇਹ ਚੀਜ਼ਾਂ ਨਹੀਂ ਹੁੰਦੀਆਂ, ਇਹ ਐਵੇਂ ਕਿਆਫੇ ਨੇ, ਗੱਲਾਂ ਨੇ, ਗਲਤ ਨੇ। ਇਹ ਤਾਂ ਲੋਕਾਂ ਦਾ ਜੋ ਟ੍ਰੈਂਡ ਹੈ, ਲੋਕਾਂ ਜਿੱਦਾਂ ਹੁਣ ਤੁਸੀਂ ਹੀ ਆਪਾਂ ਗੱਲ ਕਰ ਲਈ ਵੀ ਦੇਖੋ ਜਿੰਨੀ ਦੇਰ ਤੱਕ ਕਿੱਥੇ ਸਾਡੇ ਛੋਟੇ ਸੂਬੇ ਸਾਡੇ ਤੋਂ ਅੱਗੇ ਲੰਘ ਗਏ। ਜੇ ਪੰਜਾਬ ਨੂੰ ਇਸ ਵਾਰ ਵੀ ਉਹਦਾ ਰਾਈਟ ਨਹੀਂ ਮਿਲਦਾ, ਜੇ ਤੁਸੀਂ ਕਹੇ 1100 ਕਰੋੜ ਰੋਕ ਲਿਆ ਜੀ ਫੋਰ ਐਗਜ਼ਾਮਪਲ, ਤੇ ਜੇ ਇੱਥੇ ਤੁਹਾਡੀ ਸਰਕਾਰ ਹੋਏਗੀ 2 ਇੰਜਨਾਂ ਦੀ ਫਾਇਦਾ ਹੀ ਹੋਏਗਾ ਨਾ, ਫਿਰ 11 ਨਾਲ 11,000 ਵੀ ਹੋਰ ਮਿਲ ਜਾਏਗਾ। ਸੋ ਇਹ ਗੱਲਾਂ ਕੁਦਰਤੀ ਗੱਲ ਹੁੰਦੀ ਹੈ। ਜਿੱਥੇ ਤੁਹਾਡੇ ਸੂਬੇ ਦੇ ਵਿੱਚ ਜਿੱਥੇ ਸੈਂਟਰ ਤੇ ਸੂਬੇ ਦੀਆਂ ਸਰਕਾਰਾਂ ਇੱਕ ਨੇ, ਤੁਸੀਂ ਦੇਖ ਲਓ ਉੱਥੇ ਕਿੰਨੀ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਤਾਂ ਫਤਿਹ ਜੰਗ ਬਾਜਵਾਣੀ ਕਹਿ ਰਹੇ ਨੇ ਕਿ
ਲੱਗਦਾ ਤਾਂ ਇਦਾਂ ਹੈ ਕਿ ਇਸ ਵਾਰ ਭਾਜਪਾ ਜਿਹੜੀ ਹੈ ਉਹ ਕਿੰਗ ਮੇਕਰ ਵਾਲਾ ਰੋਲ ਨਿਭਾਊਗੀ, ਪਰ ਵੇਖਣਾ ਹੋਊਗਾ 10 ਮਾਰਚ ਨੂੰ ਨਤੀਜੇ ਕੀ ਆਉਂਦੇ ਨੇ ਔਰ ਸਰਕਾਰ ਪੰਜਾਬ ਦੇ ਵਿੱਚ ਕਿਸ ਦੀ ਬਣਦੀ ਹੈ, ਕਿਸ ਦੇ ਸਿਰ ਦੇ ਉੱਤੇ ਤਾਜ ਸਜਦਾ ਹੈ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।